हाँ जी फ्रेंड्स, स्वागत है ਤੁਹਾਡਾ ਸਕਸੈਸ ਪਲੱਸ ਇੰਸਟੀਚਿਊਟ ਦੇ YouTube ਚੈਨਲ ਤੇ। ਅੱਜ ਦੇ ਇਸ ਲੈਕਚਰ ਵਿੱਚ ਰੀਜ਼ਨਿੰਗ ਦਾ ਟੌਪਿਕ ਡਾਇਰੈਕਸ਼ਨ ਟੈਸਟ ਡਿਸਕਸ ਕਰਨ ਜਾ ਰਹੇ ਹਾਂ। ਦੋਸਤੋ ਇਹ ਇੱਕ ਮੋਸਟ ਇੰਪੋਰਟੈਂਟ ਟੌਪਿਕ ਹੈ ਜਿਸ ਦੇ ਵਿੱਚੋਂ ਅਕਸਰ ਹੀ ਇੱਕ ਜਾਂ ਦੋ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਂਦੇ ਹਨ। ਤਾਂ ਲੈਕਚਰ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਚੈਪਟਰ ਦੀ ਕੰਪਲੀਟ ਸਮਝ ਲੱਗ ਸਕੇ। ਆਓ ਸਟਾਰਟ ਕਰਦੇ ਹਾਂ ਆਪਾਂ ਡਾਇਰੈਕਸ਼ਨ ਟੈਸਟ। ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਇਸ ਵੀਡੀਓ ਦੇ ਨੀਚੇ ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਲੈਕਚਰ ਦੀ ਸਟਾਰਟਿੰਗ ਆਪਾਂ ਕਰਾਂਗੇ ਟਾਈਪਸ ਆਫ ਡਾਇਰੈਕਸ਼ਨ ਤੋਂ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨੀਚੇ ਕੁਝ ਕੁ ਡਾਇਰੈਕਸ਼ਨਸ ਦੀਆਂ ਟਾਈਪਸ ਗਿਵਨ ਹਨ, ਤਾਂ ਇਹਨਾਂ ਟਾਈਪਸ ਦੇ ਵਿੱਚੋਂ ਹੀ ਐਗਜ਼ਾਮ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਬਣ ਜਾਂਦੇ ਹਨ। ਫਰੈਂਡਸ, ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਐਗਜ਼ਾਮ ਦੇਣ ਜਾ ਰਹੇ ਹੋ, ਚਾਹੇ ਉਹ ਪੰਜਾਬ ਗੌਰਮੈਂਟ ਹੈ, ਬੈਂਕਿੰਗ ਹੈ ਜਾਂ ਹੋਰ ਕੋਈ ਵੀ ਫੀਲਡ ਹੈ, ਹਰੇਕ ਫੀਲਡ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਇਸ ਦੇ ਬਣ ਜਾਂਦੇ ਆ। ਤਾਂ ਅਸੀਂ ਇਹਨਾਂ ਸਾਰੀਆਂ ਟਾਈਪਸ ਦੇ ਜੋ ਕੰਸੈਪਟ ਹਨ ਉਹਨਾਂ ਨੂੰ ਵਿਦ ਐਗਜ਼ਾਮਪਲ 1 ਬਾਈ 1 ਕਰਕੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਆਓ ਸਟਾਰਟ ਕਰਦੇ ਹਾਂ ਆਪਾਂ ਡਾਇਰੈਕਸ਼ਨ ਟੈਸਟ। ਫਸਟ ਟਾਈਪ ਜੇ ਅਗਰ ਆਪਾਂ ਦੇਖੀਏ ਤਾਂ ਨੌਰਥ ਈਸਟ ਵੈਸਟ ਸਾਊਥ ਜਿਸ ਤਰ੍ਹਾਂ ਹੈ, ਤਾਂ ਇਹ ਇੱਕ ਬਹੁਤ ਹੀ ਕਾਮਨ ਐਂਡ ਬੇਸਿਕ ਟਾਈਪ ਹੈ ਡਾਇਰੈਕਸ਼ਨ ਟੈਸਟ ਦੀ ਜੋ ਕਿ ਤੁਹਾਨੂੰ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿਸ ਤਰ੍ਹਾਂ ਨੌਰਥ ਦਾ ਆਪਾਂ ਸਭ ਨੂੰ ਪਤਾ ਹੁੰਦਾ, ਨੌਰਥ ਜੋ ਹੋਇਆ ਆਪਣੇ ਫਰੰਟ 'ਤੇ ਹੋਵੇਗਾ ਐਂਡ ਸਾਊਥ ਆਪਣੇ ਬੈਕ 'ਤੇ ਹੋਵੇਗਾ। ਜੋ ਮੇਨ ਕਨਫਿਊਜ਼ਨ ਹੁੰਦੀ ਹੈ ਫਰੈਂਡਸ ਉਹ ਹੁੰਦੀ ਹੈ ਵੈਸਟ ਐਂਡ ਈਸਟ ਲਿਖਣ ਨੂੰ। ਕਈ ਵਾਰ ਸਟੂਡੈਂਟ ਕੀ ਕਰਦੇ ਆ, ਨੌਰਥ ਸਾਊਥ ਤਾਂ ਸਹੀ ਲਿਖ ਲੈਂਦੇ ਆ ਐਂਡ ਵੈਸਟ ਈਸਟ ਨੂੰ ਕਈ ਵਾਰੀ ਉਲਟਾ ਲਿਖ ਲੈਂਦੇ ਆ, ਵੈਸਟ ਰਾਈਟ ਸਾਈਡ 'ਤੇ ਐਂਡ ਈਸਟ ਲੈਫਟ ਸਾਈਡ 'ਤੇ। ਤਾਂ ਇਸ ਦਾ ਜੋ ਰਾਈਟ ਕਰਨ ਦਾ ਸਹੀ ਮੈਥਡ ਹੈ ਉਸ ਨੂੰ ਯਾਦ ਰੱਖਣ ਦੇ ਲਈ ਆਪਾਂ ਇੰਗਲਿਸ਼ ਦਾ ਇੱਕ ਵਰਡ ਵੀ ਲਿਖਾਂਗੇ ਇੱਥੇ, ਜਿਸ ਦੀ ਪੰਜਾਬੀ ਹੁੰਦੀ ਹੈ ਅਸੀਂ। ਵੀ ਦੇ ਵਿੱਚ ਫਰੈਂਡਸ ਤੁਸੀਂ ਯਾਦ ਰੱਖਣਾ ਹੈ W ਜੋ ਲੈਫਟ ਸਾਈਡ 'ਤੇ ਹੁੰਦੀ ਹੈ ਤਾਂ ਇਸ ਨੂੰ ਲੈਫਟ ਸਾਈਡ 'ਤੇ ਲਿਖਾਂਗੇ ਐਂਡ E ਰਾਈਟ ਸਾਈਡ 'ਤੇ ਹੁੰਦੀ ਹੈ ਤਾਂ ਇਸ ਨੂੰ ਰਾਈਟ ਸਾਈਡ 'ਤੇ ਲਿਖਾਂਗੇ। ਤਾਂ ਵੈਸਟ ਜੋ ਹੋਵੇਗਾ ਉਹ ਲੈਫਟ ਸਾਈਡ 'ਤੇ ਹੋਵੇਗਾ ਐਂਡ ਈਸਟ ਜੋ ਹੋਵੇਗਾ ਉਹ ਰਾਈਟ ਸਾਈਡ 'ਤੇ ਹੋਵੇਗਾ। ਤਾਂ ਇਸ ਤਰ੍ਹਾਂ ਜੋ 4 ਡਾਇਰੈਕਸ਼ਨਸ ਹਨ ਮੇਨ, ਨੌਰਥ ਸਾਊਥ ਵੈਸਟ ਨੂੰ ਆਪਾਂ ਯਾਦ ਰੱਖਾਂਗੇ ਵੀ ਦੇ ਲੈਫਟ ਅਲਫਾਬੈਟ ਤੋਂ ਐਂਡ ਈਸਟ ਨੂੰ ਆਪਾਂ ਯਾਦ ਰੱਖਾਂਗੇ ਵੀ ਦੇ ਰਾਈਟ ਅਲਫਾਬੈਟ E ਤੋਂ। ਤਾਂ ਇਸ ਤਰ੍ਹਾਂ ਤੁਸੀਂ ਵੈਸਟ ਈਸਟ ਨੌਰਥ ਸਾਊਥ ਲਿਖ ਸਕਦੇ ਹੋ। ਇਸ ਤੋਂ ਇਲਾਵਾ 4 ਮੇਨ ਡਾਇਰੈਕਸ਼ਨਸ ਤੋਂ ਇਲਾਵਾ ਐਡੀਸ਼ਨਲ ਡਾਇਰੈਕਸ਼ਨਸ ਵੀ ਹੁੰਦੀਆਂ ਹਨ। ਜਿਸ ਤਰ੍ਹਾਂ ਨੌਰਥ ਈਸਟ ਦੇ ਇੰਟਰਨਲ ਜੇ ਆਪਾਂ ਡਾਇਰੈਕਸ਼ਨ ਦੇਖੀਏ ਤਾਂ ਇਸ ਨੂੰ ਨੌਰਥ ਈਸਟ ਜਾਂ ਈਸਟ ਨੌਰਥ ਡਾਇਰੈਕਸ਼ਨ ਵੀ ਆਪਾਂ ਆਖ ਦਿੰਦੇ ਹਾਂ। ਸਿਮਿਲਰਲੀ ਨੌਰਥ ਵੈਸਟ ਦੇ ਵਿਚਕਾਰ ਜੋ ਡਾਇਰੈਕਸ਼ਨ ਹੋਵੇਗੀ ਇਸ ਨੂੰ ਨੌਰਥ ਵੈਸਟ ਜਾਂ ਵੈਸਟ ਨੌਰਥ ਦੇ ਨਾਮ ਨਾਲ ਵੀ ਜਾਣਿਆ ਜਾਵੇਗਾ। ਸਿਮਿਲਰਲੀ ਵੈਸਟ ਸਾਊਥ ਦੇ ਵਿਚਕਾਰ ਜੋ ਡਾਇਰੈਕਸ਼ਨ ਹੋਵੇਗੀ ਇਸ ਨੂੰ ਵੈਸਟ ਸਾਊਥ ਜਾਂ ਸਾਊਥ ਵੈਸਟ ਐਂਡ ਈਸਟ ਸਾਊਥ ਦੇ ਵਿਚਕਾਰ ਡਾਇਰੈਕਸ਼ਨ ਨੂੰ ਈਸਟ ਸਾਊਥ ਜਾਂ ਸਾਊਥ ਈਸਟ ਵੀ ਕਿਹਾ ਜਾਵੇਗਾ। ਤਾਂ ਇਹਨਾਂ ਨੂੰ ਕਿਸ ਤਰ੍ਹਾਂ ਐਗਜ਼ਾਮ ਦੇ ਵਿੱਚ ਅਪਲਾਈ ਕਰਨਾ ਹੈ, ਜਿਸ ਤਰ੍ਹਾਂ ਇੱਕ ਐਗਜ਼ਾਮਪਲ ਦੇ ਲਈ ਕੁਐਸਚਨ ਹੈ ਰਾਹੁਲ ਗੋਜ਼ ਟੂ ਨੌਰਥ 5 ਕਿਲੋਮੀਟਰ। ਰਾਹੁਲ ਜੋ ਹੈ ਉਹ ਨੌਰਥ ਵੱਲ ਨੂੰ ਗਿਆ ਪਹਿਲਾਂ 5 ਕਿਲੋਮੀਟਰ, ਉਸ ਤੋਂ ਬਾਅਦ ਹੀ ਟਰਨਸ ਵੈਸਟ ਐਂਡ ਗੋਜ਼ 10 ਕਿਲੋਮੀਟਰ। ਇਸ ਤੋਂ ਬਾਅਦ ਫਰੈਂਡਸ ਉਹ ਵੈਸਟ ਨੂੰ ਟਰਨ ਕਰ ਜਾਂਦਾ ਹੈ। ਵੈਸਟ ਲੈਫਟ ਸਾਈਡ 'ਤੇ ਹੈ ਤਾਂ ਆਪਾਂ ਇਸ ਦਾ ਲੈਫਟ ਸਾਈਡ 'ਤੇ ਟਰਨ ਕਰਵਾ ਦੇਵਾਂਗੇ 10 ਕਿਲੋਮੀਟਰ ਐਂਡ ਦੈਨ ਟਰਨਸ ਸਾਊਥ ਨੀਚੇ ਹੈ ਤਾਂ ਇਹ ਨੀਚੇ ਨੂੰ ਟਰਨ ਕਰ ਜਾਵੇਗਾ। ਤਾਂ ਇਸ ਤਰ੍ਹਾਂ ਦੇ ਜੋ ਕੁਐਸਚਨ ਹੁੰਦੇ ਹਨ ਐਗਜ਼ਾਮ ਦੇ ਵਿੱਚ ਬਣ ਜਾਂਦੇ ਹਨ। ਇਹ ਬਹੁਤ ਈਜ਼ੀ ਟਾਈਪ ਹੈ। ਇਸ ਤੋਂ ਨੈਕਸਟ ਦੇਖਦੇ ਹਾਂ ਸੈਕਿੰਡ ਟਾਈਪ ਫਰੈਂਡਸ ਇਸ ਦੀ ਹੈ ਲੈਫਟ ਐਂਡ ਰਾਈਟ ਡਾਇਰੈਕਸ਼ਨਸ। ਲੈਫਟ ਐਂਡ ਰਾਈਟ ਡਾਇਰੈਕਸ਼ਨ ਨੂੰ ਸਮਝਾਉਣ ਦੇ ਲਈ ਮੈਂ ਇੱਕ ਟੇਬਲ ਬਣਾਇਆ ਹੈ ਜੋ ਕਿ ਬਹੁਤ ਈਜ਼ੀ ਕਰ ਦੇਵੇਗਾ ਇਸ ਨੂੰ। ਜਿਸ ਤਰ੍ਹਾਂ 4 ਮੇਨ ਡਾਇਰੈਕਸ਼ਨ ਹਨ ਨੌਰਥ ਵੈਸਟ ਈਸਟ ਸਾਊਥ, ਮੈਂ ਕਿਸੇ ਵੀ ਡਾਇਰੈਕਸ਼ਨ ਵੱਲ ਜਾ ਸਕਦਾ ਹਾਂ। ਜਿਸ ਤਰ੍ਹਾਂ ਆਈ ਐਮ ਗੋਇੰਗ ਟੂ ਨੌਰਥ ਸਾਊਥ ਵੈਸਟ ਜਾਂ ਈਸਟ। ਤਾਂ ਫਰੈਂਡਸ ਮਾਈ ਜੋ ਲੈਫਟ ਐਂਡ ਰਾਈਟ ਡਾਇਰੈਕਸ਼ਨ ਹੋਣਗੀਆਂ ਉਹ ਕਿਸ ਤਰ੍ਹਾਂ ਹੋਣਗੀਆਂ। ਲੈਫਟ ਐਂਡ ਰਾਈਟ ਡਾਇਰੈਕਸ਼ਨ ਜਿਸ ਤਰ੍ਹਾਂ ਆਪਣਾ ਲੈਫਟ ਹੈਂਡ ਹੈ ਉਸ ਵੱਲ ਲੈਫਟ ਡਾਇਰੈਕਸ਼ਨ ਹੈ ਐਂਡ ਰਾਈਟ ਹੈਂਡ ਵੱਲ ਰਾਈਟ ਡਾਇਰੈਕਸ਼ਨ ਹੋਵੇਗੀ। ਅਗਰ ਮੈਂ ਨੌਰਥ ਵੱਲ ਨੂੰ ਜਾ ਰਿਹਾ ਸੈਂਟਰ ਪੁਆਇੰਟ ਤੋਂ, ਅਗਰ ਮੈਂ ਨੌਰਥ ਵੱਲ ਨੂੰ ਜਾ ਰਿਹਾ ਤਾਂ ਮੇਰੀ ਲੈਫਟ ਰਾਈਟ ਡਾਇਰੈਕਸ਼ਨ ਅਕੋਰਡਿੰਗ ਟੂ ਮੀ ਹੋਵੇਗੀ। ਮੀਨਸ ਜਿੱਧਰ ਮੇਰਾ ਲੈਫਟ ਹੈਂਡ ਹੈ ਉੱਧਰ ਲੈਫਟ ਹੋਵੇਗੀ ਐਂਡ ਜਿੱਧਰ ਮੇਰਾ ਰਾਈਟ ਹੈਂਡ ਹੈ ਉੱਧਰ ਰਾਈਟ ਡਾਇਰੈਕਸ਼ਨ ਹੋਵੇਗੀ। ਅਗਰ ਮੈਂ ਸਾਊਥ ਵੱਲ ਨੂੰ ਜਾ ਰਿਹਾ ਮੀਨਸ ਓਪੋਜ਼ਿਟ ਜਾ ਰਿਹਾ ਤਾਂ ਜਿਹੜੀਆਂ ਮੇਰੀਆਂ ਲੈਫਟ ਐਂਡ ਰਾਈਟ ਡਾਇਰੈਕਸ਼ਨਸ ਆ ਉਹ ਵੀ ਮੇਰੇ ਓਪੋਜ਼ਿਟ ਹੋਣਗੀਆਂ। ਤਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਿੱਧਰ ਆਪਣਾ ਲੈਫਟ ਹੈ ਉੱਧਰ ਰਾਈਟ ਹੋ ਜਾਵੇਗਾ ਐਂਡ ਜਿੱਧਰ ਰਾਈਟ ਹੈ ਉੱਧਰ ਆਪਣਾ ਲੈਫਟ ਹੋ ਜਾਵੇਗਾ। ਤਾਂ ਇਸ ਤਰ੍ਹਾਂ ਫਸਟ 2 ਦਾ ਤੁਹਾਨੂੰ ਸਮਝ ਲੱਗ ਚੁੱਕਿਆ ਹੋਵੇਗਾ। ਜਿਸ ਤਰ੍ਹਾਂ ਵੈਸਟ ਐਂਡ ਸਾਊਥ ਦੀ ਆਪਾਂ ਗੱਲ ਕਰੀਏ ਤਾਂ ਪੂਰਾ ਵੈਸਟ ਜੋ ਹੈ ਅਗਰ ਉਸ ਨੂੰ ਆਪਾਂ ਲੈਫਟ ਜ਼ੋਨ ਮੰਨ ਲਈਏ, ਲੈਫਟ ਜ਼ੋਨ ਇਸ ਨੂੰ ਆਪਾਂ ਲੈਫਟ ਕਰਕੇ ਚੱਲਦੇ ਹਾਂ ਐਂਡ ਪੂਰਾ ਈਸਟ ਜੋ ਹੈ
इसनूं आपां राइट जोन लैट कर लीए, एक लाइन जो नॉर्थ साउथ वाली दोनों टू जोनस दे विच डिवाइड कर रही है। तो फ्रेंड्स वैसट का तुसीं याद रखना है, वैसट जो है वो लैफ्ट साइड पर हुंदा है एंड ईस्ट जो है वो राइट साइड पर हुंदा है। तो ये नाल ही आपां लैफ्ट राइट नूं सैट करांगे। जिस तरह मैं वैसट वाल नूं किसी भी साइड पर जा रहा तो वैसट लैफ्ट साइड पर है तो लैफ्ट के नीचे ही लैफ्ट होगा। फ्रेंड्स सारे ही लैफ्ट बन जाएंगे। तुसीं सिर्फ ये याद रखना है वैसट लैफ्ट साइड पर है तो लैफ्ट के नीचे ही लैफ्ट होगा, राइट उपर वाल नूं होगा। ईस्ट की गल करिए, ईस्ट राइट साइड पर है तो राइट के नीचे ही राइट होगा, उपर लैफ्ट होगा। तो इस दे नाल तुहानूं किसी भी तरह की कोई कन्फ्यूजन नहीं होगी। जिस तरह एग्जाम्पल के लिए आपां इत्थे देखते हैं, आई गोज़ 5 किलोमीटर ईस्ट। मैं 5 किलोमीटर पहला ईस्ट नूं गया, उस तो बाद आफ्टर दैन आई टर्नस टू लैफ्ट। हुण मैं लैफ्ट टर्न करना है तो फ्रेंड्स तुसीं ईस्ट देखो, ईस्ट राइट साइड पर है तो राइट के नीचे राइट होगा एंड लैफ्ट उपर नूं होगा। 10 किलोमीटर लैफ्ट चला गया। तो इस तरह तुहानूं बिना किसी कन्फ्यूजन दे, तुसीं बिना किसी सोचे समझे जस्ट इसनूं चार्ट नूं याद करके ही लैफ्ट राइट दे नाल टर्न कर सकते हो। जदों भी तुहानूं किसी पासे टर्न करन लई आ जांदा तो तुसीं इसनूं याद रखो वैसट जो कि लैफ्ट साइड पर है। जदों तुसीं किते भी लैफ्ट साइड पर जा रहे हो तुहानूं इमीडिएट लैफ्ट टर्न करन नूं कहंदे आ तो तुसीं लैफ्ट के नीचे लैफ्ट हुंदा है, नीचे नूं टर्न कर जाओगे एंड राइट साइड जे टर्न करनी है तो इसकी ओपोजिट होगी। एंड सिमिलरली ईस्ट साइड वाल नूं तुसीं किते भी जा रहे हो, अगर तुहानूं इमीडिएट कोई राइट टर्न करन कह दिंदा तो तुहानूं पता है राइट ईस्ट जो है वो राइट साइड पर है तो इसके नीचे राइट होगा एंड उपर लैफ्ट होगा। तो इस तरह ये सारा टेबल है जो तुसीं चंगी तरह याद कर लेना है, क्योंकि अक्सर एग्जाम के इस ते बेस्ड जो काफ़ी क्वेश्चन एग्जाम के बनते हैं। स्टूडेंट नूं लैफ्ट राइट टर्न करने वेले ही बहुत प्रॉब्लम आ जाती है। जिस तरह आप इस एक क्वेश्चन परफॉर्म करते हैं लैफ्ट राइट बेस पे, मैन इज़ परफॉर्मिंग योगा विद हिज हैड डाउन एंड लैग्स अप, हिज फेस इज़ टुवर्ड्स वैसट, इन विच डायरैक्शन हिज लैफ्ट हैंड वी। तो फ्रेंड्स इस तरह के जो क्वेश्चन अक्सर एग्जाम के कन्फ्यूज़ करने के लिए पाए जाते हैं। जिस तरह कोई मैन योगा परफॉर्म कर रहा है, उसके हैड डाउन है एंड लैग्स अप है, तो तुसीं इसनूं एक बार स्किप करके जस्ट सिंपल देखो, अगर कोई वैसट नूं फेस कर रहा है तो उसका लैफ्ट हैंड किधर नूं होगा। फ्रेंड्स अगर मैं इत्थे देखा, जे मैं वैसट नूं फेस कर रहा तो मेरा जो लैफ्ट हैंड है वो साउथ वाल होगा एंड जो राइट हैंड है वो नॉर्थ वाल होगा। पर अगर योगा की गल हो रही होंगी है हैड डाउन एंड लैग्स अप, तो तुसीं इसनूं जस्ट रिवर्स कर दो, किसी भी तरह सोचने की लोड़ नहीं है। पहला जस्ट सिंपल क्वेश्चन सॉल्व करो, सिंपल वैसट नूं देख के देखो तुहाडा लैफ्ट नीचे नूं होगा एंड राइट उपर नूं होगा। अगर योगा की गल हो रही है तो लैफ्ट राइट ऑपोजिट हो जाएंगे, मीनस लैफ्ट जो है वो ऊपर चला जाएगा एंड राइट नीचे चला जाएगा। तो तुहाडा लैफ्ट हैंड क्वेश्चन के अकॉर्डिंग नॉर्थ साइड में होगा। तो इस तरह के क्वेश्चन अक्सर ही कन्फ्यूज़ करने के लिए एग्जाम पा दिए जाते हैं। तो बिल्कुल भी तुहानूं घबराउण की लोड़ नहीं है, तुसीं जस्ट पहला उसनूं सिंपल सॉल्व कर लो फिर उसनूं रिवर्स कर दो। नैक्सट है स्ट्रेट फॉरवर्ड। स्ट्रेट फॉरवर्ड फ्रेंड्स बहुत ईजी है। स्ट्रेट फॉरवर्ड का जो पंजाबी दे विच मतलब हुंदा है वो है बिना किसी पासे मुड़े तो सीधा टर्न कर सीधा ही चले जाना। जिस तरह दीपक गोज़ 10 किलोमीटर फ्रॉम वैसट, दीपक वैसट तो 10 किलोमीटर जा रहा है। आफ्टर गोज़ 10 किलोमीटर ही स्ट्रेट फॉरवर्ड टू रीच हिज होम, उस तो बाद वो फिर 10 किलोमीटर चला जाता है। 10 किलोमीटर स्ट्रेट फॉरवर्ड का मतलब विदाउट नॉर्थ एंड साउथ वाल मुड़े नूं। तो इसनूं अगर आप बहुत ही वैरी सिंपल लैंगुएज के देखिए तो स्ट्रेट फॉरवर्ड का मतलब हुंदा है जिस तरह तुहाडे कोले कोई चौराहा है, तुहाडे कोले ऑप्शन हैं लैफ्ट साइड नूं मुड़न दी, राइट साइड नूं टर्न करन दी एंड स्ट्रेट फॉरवर्ड जाण दी। तो तुसीं बिना किसी लैफ्ट या राइट टर्न किए अगर सीधा लंघ जाते हो तो इसनूं स्ट्रेट फॉरवर्ड आख्या जाएगा। तो फ्रेंड्स ये इस तरह के जो क्वेश्चन बन जाते हैं जिन्हां दे विच 4 डायरैक्शनस आ जांदियां हन एंड तुहानूं टर्न करन नूं कहा जाता है, तो उत्थे ही वर्ड बहुत यूज़ होंदे है। तो स्टूडेंट्स नूं अक्सर ही प्रॉब्लम टैक्नीकल वर्ड समझण दी होंदी है, जो उन्होंने वर्ड की पंजाबी समझ नहीं लगती तो वो कन्फ्यूज़ हो जाते हैं। तो इस दे विच किसी भी तरह का कन्फ्यूज़ नहीं होना। स्ट्रेट फॉरवर्ड का जो मतलब होंदा है मतलब मीनस किसी भी पासे टर्न लैफ्ट या राइट टर्न किए तो बगैर सीधे ही चले जाना। मीनस तुहाडे कोल 3 ऑप्शन हैं टर्न करने, तुसीं लैफ्ट भी जा सकते हो, राइट भी टर्न कर सकते हो एंड सीधा ही चले जाते हो। अगर तुसीं लैफ्ट राइट नूं छड्ड के सीधा निकल जाते हो तो इसनूं ही स्ट्रेट फॉरवर्ड आख्या जाएगा।
ਨੈਕਸਟ ਹੈ ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼ ਡਾਇਰੈਕਸ਼ਨਸ। ਫਰੈਂਡਸ ਨਾਮ ਤੋਂ ਹੀ ਕਲੀਅਰ ਹੈ, ਕਲੌਕਵਾਈਜ਼ ਡਾਇਰੈਕਸ਼ਨਸ ਜੋ ਕਲੌਕ ਦੇ ਅਕੋਰਡਿੰਗ ਚੱਲਣਗੀਆਂ। ਜਿਸ ਤਰ੍ਹਾਂ ਇੱਥੇ ਆਪਣੇ ਕੋਲ ਇੱਕ ਕਲੌਕ ਦੀ ਸ਼ੇਪ ਹੈ, ਅਗਰ ਕਲੌਕ ਦੇ ਅਕੋਰਡਿੰਗ ਕੋਈ ਡਾਇਰੈਕਸ਼ਨ ਚੱਲੇਗੀ ਤਾਂ ਉਸਨੂੰ ਕਲੌਕਵਾਈਜ਼ ਡਾਇਰੈਕਸ਼ਨ ਆਖਿਆ ਜਾਵੇਗਾ, ਜਿੱਧਰ ਨੂੰ ਆਪਣੀਆਂ ਕਲੌਕ ਦੀਆਂ ਹੈਂਡਸ ਚੱਲ ਰਹੀਆਂ ਹੁੰਦੀਆਂ। ਅਗਰ ਉਹ ਕਲੌਕ ਦੇ ਆਪੋਜ਼ਿਟ ਚੱਲੇਗੀ ਤਾਂ ਉਸਨੂੰ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦਾ ਨਾਮ ਦਿੱਤਾ ਜਾਊਗਾ। ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੀਆਂ ਜੋ ਟਾਈਪਸ ਹਨ, ਇਹ ਅਕਸਰ ਹੀ ਡਿਗਰੀਜ਼ ਵਾਲੇ ਕੁਐਸਚਨ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਹਨ, ਜੋ ਆਪਣੀ ਨੈਕਸਟ ਟਾਈਪ ਹੈ। ਤਾਂ ਆਓ ਇਸ ਨੂੰ ਨੈਕਸਟ ਟਾਈਪ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਦੇਖਦੇ ਹਾਂ। ਡਾਇਰੈਕਸ਼ਨਸ ਅਕੋਰਡਿੰਗ ਟੂ ਡਿਗਰੀਜ਼। ਡਿਗਰੀਜ਼ ਫਰੈਂਡਸ ਜੋ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਪੜ੍ਹਦੇ ਹੁੰਦੇ ਸੀਗੇ, ਡਿਗਰੀਜ਼ ਦੇ ਲਈ ਆਪਾਂ ਸਾਰੇ ਕੁਆਡਰੈਂਟ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਇੱਕ ਕੁਆਡਰੈਂਟ ਦੀ ਵੈਲਿਊ ਜੋ 90 ਡਿਗਰੀ ਦੀ ਹੋਵੇਗੀ, ਸੈਕਿੰਡ ਕੁਆਡਰੈਂਟ ਵੀ 90 ਦਾ ਹੋਵੇਗਾ। ਇਸ ਤਰ੍ਹਾਂ ਇਹ ਕੰਪਲੀਟ 180 ਡਿਗਰੀ ਹੋ ਜਾਵੇਗਾ। 180 ਡਿਗਰੀ ਫਰੈਂਡਸ ਨੀਚੇ ਹੋਵੇਗਾ ਤਾਂ ਕੰਪਲੀਟ 360 ਡਿਗਰੀ ਜੋ ਮੇਨ ਐਂਗਲਸ ਹੁੰਦੇ ਹਨ, ਟੋਟਲ ਸਮ ਆਫ ਆਲ ਐਂਗਲਸ 360 ਡਿਗਰੀ ਹੋ ਜਾਵੇਗਾ ਕਿਸੇ ਸਰਕਲ ਦੇ ਵਿੱਚ। ਤਾਂ ਇਸ ਤਰ੍ਹਾਂ ਜੋ ਡਿਗਰੀ ਬੇਸਡ ਕੁਐਸਚਨ ਹੁੰਦੇ ਹਨ, ਉਹਨਾਂ ਨੂੰ ਆਪਾਂ ਹਾਫ ਕਰਕੇ ਜਾਂ 1/4 ਕਰਕੇ ਕਿਸੇ ਵੀ ਪਾਰਟ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ 90 ਡਿਗਰੀ ਦਾ ਜੋ ਐਂਗਲ ਹੈ, ਅਗਰ ਇਸ ਨੂੰ ਹਾਫ ਕਰ ਦਿੰਦਾ ਹਾਂ ਤਾਂ 45 ਡਿਗਰੀ ਐਂਡ 45 ਡਿਗਰੀ ਦੇ ਵਿੱਚ ਆਪਾਂ ਇਸ ਨੂੰ ਡਿਵਾਈਡ ਕਰ ਸਕਦੇ ਹਾਂ। 45 ਨੂੰ ਫਰੈਂਡਸ ਫਰਦਰ ਆਪਾਂ 20 ਐਂਡ ਹਾਫ ਦੇ ਵਿੱਚ ਵੀ ਡਿਵਾਈਡ ਕਰ ਸਕਦੇ ਹਾਂ। ਤਾਂ ਆਓ ਇੱਕ ਕੁਐਸਚਨ ਦੇਖਦੇ ਹਾਂ ਡਿਗਰੀ ਬੇਸ 'ਤੇ। ਆਈ ਐਮ ਫੇਸਿੰਗ ਈਸਟ, ਮੈਂ ਈਸਟ ਨੂੰ ਫੇਸ ਕਰ ਰਿਹਾ। ਆਈ ਟਰਨ 100 ਡਿਗਰੀ ਇਨ ਦਾ ਕਲੌਕਵਾਈਜ਼ ਡਾਇਰੈਕਸ਼ਨ। ਤਾਂ ਅਗਰ ਮੈਂ ਈਸਟ ਨੂੰ ਫੇਸ ਕਰ ਰਿਹਾ, ਮੈਂ ਇੱਥੋਂ 100 ਡਿਗਰੀ ਕਲੌਕਵਾਈਜ਼ ਡਾਇਰੈਕਸ਼ਨ ਜਾਊਂਗਾ। ਫਰੈਂਡਸ ਇੱਕ ਕੁਆਡਰੈਂਟ ਜੋ ਹੈ ਉਹ 90 ਡਿਗਰੀ ਦਾ ਹੁੰਦਾ ਹੈ, ਤਾਂ ਮੈਂ 90 ਡਿਗਰੀ ਕੰਪਲੀਟ ਕਰਕੇ ਥੋੜ੍ਹਾ ਜਿਹਾ ਹੋਰ ਅੱਗੇ ਚਲਾ ਜਾਊਂਗਾ, ਅਪਰੋਕਸੀਮੇਟਲੀ 100 ਡਿਗਰੀ ਦਾ ਡਿਸਟੈਂਸ ਜੋ ਕਲੌਕਵਾਈਜ਼ ਕਵਰ ਕਰ ਜਾਊਂਗਾ। ਉਸ ਤੋਂ ਬਾਅਦ ਉਹ 145 ਡਿਗਰੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਚੱਲਦਾ ਹੈ, ਤਾਂ ਮੈਨੂੰ ਵਾਪਸ ਜਾਣਾ ਪਵੇਗਾ ਕਿਉਂਕਿ ਐਂਟੀ ਕਲੌਕਵਾਈਜ਼ ਉਲਟ ਚੱਲਦਾ ਹੁੰਦਾ ਹੈ। ਤਾਂ 100 ਡਿਗਰੀ ਦਾ ਡਿਸਟੈਂਸ ਤਾਂ ਮੈਂ ਇਹੀ ਕੰਪਲੀਟ ਕਰ ਲਵਾਂਗਾ। ਐਂਡ ਫਰਦਰ ਜੋ 45 ਡਿਗਰੀ ਹੈ ਉਸ ਦੇ ਲਈ ਮੈਂ 90 ਡਿਗਰੀ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰੂੰਗਾ, ਐਂਡ 45 ਡਿਗਰੀ ਐਂਡ 45 ਡਿਗਰੀ, ਐਂਡ ਇਸ ਨੂੰ ਕੰਪਲੀਟ ਕਰਕੇ ਮੈਂ ਇੱਥੇ ਪਹੁੰਚ ਜਾਵਾਂਗਾ। ਤਾਂ ਹੁਣ ਮੈਂ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਡਾਇਰੈਕਸ਼ਨ ਵੱਲ ਫੇਸ ਕਰ ਰਿਹਾ? ਸਟਾਰਟਿੰਗ ਪੁਆਇੰਟ ਤੋਂ ਮੈਂ ਦੇਖਾਂ ਤਾਂ ਮੈਂ ਨੌਰਥ ਐਂਡ ਈਸਟ ਡਾਇਰੈਕਸ਼ਨ ਦੇ ਵਿੱਚ ਆ ਰਿਹਾ, ਮੀਨਜ਼ ਨੌਰਥ ਈਸਟ ਡਾਇਰੈਕਸ਼ਨ। ਤਾਂ ਇਸ ਤਰ੍ਹਾਂ ਦੇ ਕੁਐਸਚਨ ਜੋ ਡਿਗਰੀਜ਼ 'ਤੇ ਬਣਦੇ ਹਨ। ਇੱਕ ਹੋਰ ਕੁਐਸਚਨ ਆਪਾਂ ਦੇਖਦੇ ਹਾਂ ਡਿਗਰੀਜ਼ 'ਤੇ, ਜਿਸ ਤਰ੍ਹਾਂ ਮੈਨ ਇਜ਼ ਫੇਸਿੰਗ ਸਾਊਥ, ਮੈਨ ਕੋਈ ਸਾਊਥ ਨੂੰ ਫੇਸ ਕਰ ਰਿਹਾ। ਹੀ ਟਰਨਸ 135 ਡਿਗਰੀ ਇਨ ਐਂਟੀ ਕਲੌਕਵਾਈਜ਼, ਇੱਥੋਂ ਉਹ 135 ਡਿਗਰੀ ਕਲੌਕਵਾਈਜ਼ ਚੱਲਦਾ ਹੈ। ਫਰੈਂਡਸ ਇੱਕ ਕੁਆਡਰੈਂਟ ਆਪਾਂ ਕੰਪਲੀਟ ਕਰਾਂਗੇ ਤਾਂ 90 ਡਿਗਰੀ ਕੰਪਲੀਟ ਹੋ ਜਾਵੇਗਾ। ਫਸਟ ਕੁਆਡਰੈਂਟ ਦਾ ਮੈਂ ਹਾਫ ਕਰ ਲੈਣਾ, 45 ਡਿਗਰੀ ਬਾਈ 45 ਡਿਗਰੀ, 90 ਦੇ ਵਿੱਚ 45 ਡਿਗਰੀ ਕੰਪਲੀਟ ਕਰਾਂਗੇ ਤਾਂ 135 ਡਿਗਰੀ ਉਹ ਕੰਪਲੀਟ ਕਰ ਜਾਵੇਗਾ। ਉਸ ਤੋਂ ਬਾਅਦ ਉਹ 180 ਡਿਗਰੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਚੱਲਦਾ ਹੈ। ਕਲੌਕਵਾਈਜ਼ ਡਾਇਰੈਕਸ਼ਨ ਦੇ ਲਈ ਫਰੈਂਡਸ 180 ਡਿਗਰੀ ਪਹਿਲਾਂ ਸਮਝ ਲਓ। ਅਗਰ ਇੱਕ ਲਾਈਨ ਤੋਂ ਮੈਂ ਸਟਾਰਟ ਹੋ ਕੇ ਦੁਬਾਰਾ ਫਿਰ ਉਹੀ ਲਾਈਨ 'ਤੇ ਆ ਜਾਂਦਾ ਤਾਂ ਮੈਂ 180 ਡਿਗਰੀ ਦਾ ਡਿਸਟੈਂਸ ਕਵਰ ਕਰ ਲਵਾਂਗਾ। ਜਿਸ ਤਰ੍ਹਾਂ ਤੁਸੀਂ ਇਹ ਇੱਕ ਲਾਈਨ ਦੇਖ ਰਹੇ ਹੋ, ਇਸ ਨੂੰ ਆਪਾਂ ਅੱਗੇ ਐਕਸਟੈਂਡ ਕਰ ਦਈਏ ਤਾਂ ਇਹ ਪੁਆਇੰਟ ਤੋਂ ਦੁਬਾਰਾ ਮੈਂ ਫਿਰ ਇੱਥੇ ਆ ਜਾਂਦਾ, ਤਾਂ ਨਾਲੇ ਤਾਂ ਮੇਰੇ 180 ਡਿਗਰੀ ਕੰਪਲੀਟ ਹੋ ਜਾਣਗੇ ਐਂਡ ਇਸ ਦੇ ਨਾਲ ਹੀ ਮੈਂ ਐਂਟੀ ਕਲੌਕਵਾਈਜ਼ ਵੀ ਟਰਨ ਕਰ ਜਾਊਂਗਾ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ 45 ਡਿਗਰੀ ਇਹ ਹੋ ਗਿਆ ਐਂਡ 90 ਡਿਗਰੀ ਦਾ ਡਿਸਟੈਂਸ ਇਹ ਹੋ ਗਿਆ, 45 ਡਿਗਰੀ ਦਾ ਡਿਸਟੈਂਸ ਇਹ ਹੋ ਗਿਆ। ਤਾਂ ਤਿੰਨਾਂ ਨੂੰ ਅਗਰ ਆਪਾਂ ਐਡ ਕਰਾਂਗੇ 45 90 ਐਂਡ 45 ਤਾਂ ਕੰਪਲੀਟ 180 ਡਿਗਰੀ ਇਹ ਹੋ ਜਾਵੇਗਾ। ਤਾਂ ਹੁਣ ਜੋ ਫਾਈਨਲ ਮੇਰੀ ਡਾਇਰੈਕਸ਼ਨ ਹੈ ਉਹ ਸਟਾਰਟਿੰਗ ਪੁਆਇੰਟ ਤੋਂ ਮੈਂ ਵੈਸਟ ਸਾਊਥ ਡਾਇਰੈਕਸ਼ਨ ਦੇ ਵਿੱਚ ਆ ਗਿਆ ਹਾਂ। ਤਾਂ ਇਸ ਦਾ ਆਨਸਰ ਜੋ ਹੋਵੇਗਾ ਉਹ ਵੈਸਟ ਸਾਊਥ ਹੋ ਜਾਵੇਗਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਫਰੈਂਡਸ ਜੋ ਡਿਗਰੀਜ਼ 'ਤੇ ਬਣ ਜਾਂਦੇ ਹਨ, ਜੋ ਕਿ ਟਾਈਮ ਟੂ ਟਾਈਮ ਪ੍ਰੈਕਟਿਸ ਦੇ ਨਾਲ ਤੁਸੀਂ ਇਸ ਨੂੰ ਸੋਲਵ ਕਰ ਸਕਦੇ ਹੋ। 6th ਜੋ ਟਾਈਪ ਹੈ ਆਪਣੀ ਡਾਇਰੈਕਸ਼ਨ ਅਕੋਰਡਿੰਗ ਟੂ ਸਨ, ਜੋ ਕਿ ਇੱਕ ਮੋਸਟ ਇੰਪੋਰਟੈਂਟ ਟਾਈਪ ਹੈ ਡਾਇਰੈਕਸ਼ਨ ਟੈਸਟ ਦੀ। ਜੋ ਫਸਟ 5 ਟਾਈਪਸ ਕੀਤੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਇੰਪੋਰਟੈਂਟ ਜੋ ਹੈ ਇਹ ਟਾਈਪ। ਤਾਂ ਇਸ ਦੇ ਵਿੱਚ ਜੋ ਤੁਸੀਂ ਸਭ ਤੋਂ ਪਹਿਲਾਂ ਨੋਟ ਕਰਨਾ ਹੈ ਉਹ ਹੈ ਸਨ ਰਾਈਜ਼ ਐਂਡ ਸਨਸੈਟ। ਸਨ ਰਾਈਜ਼ ਮੀਨਜ਼ ਜੋ ਸੂਰਜ ਚੜ੍ਹਦਾ ਹੈ ਐਂਡ ਸਨਸੈਟ ਮੀਨਜ਼ ਜੋ ਸੂਰਜ ਛਿਪਦਾ ਹੈ। ਸਨ ਆਲਵੇਜ਼ ਰਾਈਜ਼ ਫਰੋਮ ਈਸਟ, ਹਾਂਜੀ ਫਰੈਂਡਸ ਇਹ ਤੁਸੀਂ ਨੋਟ ਕਰਨਾ ਹੈ। ਸਨ ਰਾਈਜ਼ ਆਲਵੇਜ਼ ਈਸਟ ਦੇ ਵਿੱਚ ਹੋਵੇਗੀ, ਮੀਨਜ਼ ਸਨ ਜੋ ਹੈ ਉਹ ਈਸਟ ਸਾਈਡ ਤੋਂ ਚੜ੍ਹੇਗਾ ਐਂਡ ਉਸ ਦੀ ਜੋ ਸਨ ਸੈਟਿੰਗ ਹੋਵੇਗੀ ਉਹ ਵੈਸਟ ਸਾਈਡ 'ਤੇ ਛੁਪ ਜਾਵੇਗਾ। ਤਾਂ ਇਹ ਜੋ ਹੈ ਤੁਹਾਨੂੰ ਯਾਦ ਰੱਖਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਕਿਤੇ ਵੀ ਕਿਸੇ ਕੁਐਸਚਨ ਦੇ ਵਿੱਚ ਇਹ ਨਹੀਂ ਗਿਵਨ ਹੁੰਦਾ ਵੀ ਸੂਰਜ ਕਿਹੜੇ ਪਾਸੇ ਤੁਸੀਂ ਜੋ ਸਨ ਡਰਾ ਕਰਨਾ, ਲੈਫਟ ਸਾਈਡ 'ਤੇ ਜਾਂ ਰਾਈਟ ਸਾਈਡ 'ਤੇ, ਈਸਟ ਜਾਂ ਵੈਸਟ ਦੇ ਵਿੱਚ। ਇਹ ਤੁਹਾਨੂੰ ਖੁਦ ਨੂੰ ਦੇਖਣਾ ਪਵੇਗਾ।
सन राइजिंग ਆਲਵੇਜ਼ ਈਸਟ ਸਾਈਡ ਤੇ ਹੁੰਦੀ ਹੈ ਐਂਡ सन ਸੈਟਿੰਗ ਆਲਵੇਜ਼ ਵੈਸਟ ਸਾਈਡ ਤੇ ਹੁੰਦੀ ਹੈ। ਤਾਂ ਇਸ ਦੇ ਵਿੱਚ ਫਰੈਂਡ ਜੋ ਸ਼ੈਡੋ ਵਾਲੇ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦੇ ਹਨ ਤਾਂ ਤੁਸੀਂ ਯਾਦ ਰੱਖਣਾ, ਅਗਰ ਸਨਰਾਈਜ਼ਿੰਗ ਹੋ ਰਹੀ ਹੈ ਤਾਂ ਸ਼ੈਡੋ ਜੋ ਹੋਵੇਗੀ ਕਿਸੇ ਵੀ ਪਰਸਨ ਦੀ ਉਹ ਡਿਪੈਂਡ ਕਰੇਗੀ ਉਸਦੀ ਨੌਰਥ ਜਾਂ ਸਾਊਥ ਵਾਚਿੰਗ 'ਤੇ। ਅਗਰ ਉਹ ਨੌਰਥ ਵੱਲ ਨੂੰ ਵਾਚ ਕਰ ਰਿਹਾ ਹੈ ਤਾਂ ਸ਼ੈਡੋ ਉਸਦੇ ਲੈਫਟ 'ਤੇ ਹੋਵੇਗੀ, ਅਗਰ ਉਹ ਸਾਊਥ ਵੱਲ ਨੂੰ ਵਾਚ ਕਰ ਰਿਹਾ ਹੈ ਤਾਂ ਸ਼ੈਡੋ ਉਸਦੇ ਰਾਈਟ 'ਤੇ ਹੋਵੇਗੀ। ਤਾਂ ਇਸ ਦਾ ਤੁਸੀਂ ਖਾਸ ਧਿਆਨ ਰੱਖਣਾ। ਇੱਕ ਹੋਰ ਇਸ ਦੀ ਜੋ ਸੈਕਿੰਡ ਪੁਆਇੰਟ ਹੈ, ਸ਼ੈਡੋ ਐਟ ਦਾ ਟਾਈਮ ਆਫ ਸਨਸੈਟ। ਸਨਸੈਟ ਫਰੈਂਡਸ ਜੋ ਸਨ ਛਿਪਦਾ ਹੈ ਤਾਂ ਉਹ ਵੈਸਟ ਸਾਈਡ 'ਤੇ ਇਸ ਦੀ ਸਨ ਸੈਟਿੰਗ ਹੁੰਦੀ ਹੈ। ਤਾਂ ਜਦੋਂ ਸਨ ਸੈਟਿੰਗ ਹੋ ਰਹੀ ਹੈ ਤਾਂ ਪਰਸਨ ਦੀ ਸ਼ੈਡੋ ਹੈ ਜੋ ਬਣੇਗੀ ਉਹ ਵੀ ਉਸਦੀ ਡਿਪੈਂਡ ਕਰੇਗੀ ਉਹ ਕਿੱਧਰ ਨੂੰ ਵਾਚ ਕਰ ਰਿਹਾ ਹੈ। ਅਗਰ ਉਹ ਨੌਰਥ ਸਾਈਡ ਨੂੰ ਵਾਚ ਕਰ ਰਿਹਾ ਹੈ ਤਾਂ ਸ਼ੈਡੋ ਉਸਦੇ ਰਾਈਟ 'ਤੇ ਹੋਵੇਗੀ, ਐਂਡ ਅਗਰ ਉਹ ਸਾਊਥ ਨੂੰ ਵਾਚ ਕਰ ਰਿਹਾ ਤਾਂ ਸ਼ੈਡੋ ਉਸਦੇ ਲੈਫਟ 'ਤੇ ਹੋਵੇਗੀ। ਤਾਂ ਫਰੈਂਡਸ ਜੋ ਸ਼ੈਡੋ ਹੈ ਉਹ ਤਾਂ ਬਣ ਜਾਂਦੀ ਹੈ ਨੌਰਥ ਐਂਡ ਸਾਊਥ ਡਾਇਰੈਕਸ਼ਨ ਨੂੰ ਦੇਖ ਕੇ। ਮੇਨ ਜੋ ਪੁਆਇੰਟ ਇਸ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਸਨਸੈਟ ਐਂਡ ਸਨਰਾਈਜ਼। ਸਨਰਾਈਜ਼ਿੰਗ ਆਲਵੇਜ਼ ਹੋਵੇਗੀ ਈਸਟ ਦੇ ਵਿੱਚ ਐਂਡ ਸਨਸੈਟਿੰਗ ਆਲਵੇਜ਼ ਹੋਵੇਗੀ ਵੈਸਟ ਦੇ ਵਿੱਚ। ਅਗਰ ਡਾਇਗਰਾਮ ਆਪਣੀ ਬਿਲਕੁਲ ਸਹੀ ਬਣ ਜਾਂਦੀ ਹੈ ਤਾਂ ਕੁਐਸਚਨ ਆਟੋਮੈਟਿਕਲੀ ਹੀ ਸਹੀ ਹੋ ਜਾਵੇਗਾ। ਤਾਂ ਆਓ ਦੇਖਦੇ ਹਾਂ ਸਨ ਬੇਸ 'ਤੇ ਕੁਝ ਕੁਐਸਚਨ, ਜਿਸ ਤਰ੍ਹਾਂ ਵਨ ਮਾਰਨਿੰਗ ਆਫਟਰ ਸਨਰਾਈਜ਼। ਸਨਰਾਈਜ਼ਿੰਗ ਹੋ ਰਹੀ ਹੈ ਫਰੈਂਡਸ ਤਾਂ ਆਪਾਂ ਸਨ ਜੋ ਹੈ ਈਸਟ ਵਾਲੀ ਸਾਈਡ 'ਤੇ ਬਣਾਵਾਂਗੇ ਕਿਉਂਕਿ ਜੋ ਸਨਰਾਈਜ਼ਿੰਗ ਹੁੰਦੀ ਹੈ ਉਹ ਈਸਟ ਵਿੱਚ ਹੁੰਦੀ ਹੈ। ਤਾਂ ਇਸੇ ਤਰ੍ਹਾਂ ਜੇ ਇੱਥੇ ਸਨਸੈਟ ਹੁੰਦਾ ਤਾਂ ਮੈਂ ਸਨ ਵੈਸਟ ਸਾਈਡ 'ਤੇ ਬਣਾ ਲੈਂਦਾ ਕਿਉਂਕਿ ਸਨ ਸੈਟਿੰਗ ਆਲਵੇਜ਼ ਵੈਸਟ ਸਾਈਡ 'ਤੇ ਹੁੰਦੀ ਹੈ। ਗੋਪਾਲ ਵਾਜ਼ ਸਟੈਂਡਿੰਗ ਫੇਸਿੰਗ ਏ ਪੋਲ। ਗੋਪਾਲ ਜੋ ਹੈ ਕਿਸੇ ਪੋਲ ਨੂੰ ਫੇਸ ਕਰ ਰਿਹਾ। ਦ ਸ਼ੈਡੋ ਆਫ ਦਾ ਪੋਲ ਫੈਲ ਐਗਜ਼ੈਕਟਲੀ ਟੂ ਹਿਜ਼ ਰਾਈਟ। ਜੋ ਸ਼ੈਡੋ ਹੈ ਪੋਲ ਦੀ ਤਾਂ ਉਹ ਉਸਦੇ ਰਾਈਟ 'ਤੇ ਪੈ ਰਹੀ ਹੈ। ਵਿਚ ਡਾਇਰੈਕਸ਼ਨ ਹੀ ਵਾਜ਼ ਫੇਸਿੰਗ, ਤਾਂ ਉਹ ਕਿਹੜੀ ਡਾਇਰੈਕਸ਼ਨ ਨੂੰ ਫੇਸ ਕਰ ਰਿਹਾ। ਦੇਖੋ ਫਰੈਂਡਸ ਆਪਾਂ ਜੋ ਸਨ ਦੀ ਡਾਇਗਰਾਮ ਬਣਾ ਲਈ ਹੈ ਕਿਉਂਕਿ ਸਨਰਾਈਜ਼ਿੰਗ ਹੋ ਰਹੀ ਹੈ ਤਾਂ ਈਸਟ ਸਾਈਡ 'ਤੇ ਬਣਾਵਾਂਗੇ। ਅਗਰ ਉਹ ਨੌਰਥ ਨੂੰ ਫੇਸ ਕਰ ਰਿਹਾ ਹੁੰਦਾ ਤਾਂ ਸ਼ੈਡੋ ਉਸਦੇ ਲੈਫਟ ਸਾਈਡ 'ਤੇ ਪੈਂਦੀ, ਬਟ ਉਹ ਕਹਿੰਦੇ ਸ਼ੈਡੋ ਰਾਈਟ ਸਾਈਡ 'ਤੇ ਪੈ ਰਹੀ ਹੈ ਤਾਂ ਇਸ ਦਾ ਮਤਲਬ ਉਹ ਸਾਊਥ ਨੂੰ ਫੇਸ ਕਰ ਰਿਹਾ। ਅਗਰ ਸਾਊਥ ਨੂੰ ਫੇਸ ਕਰ ਰਿਹਾ ਤਾਂ ਸ਼ੈਡੋ ਉਸਦੇ ਰਾਈਟ ਸਾਈਡ 'ਤੇ ਹੋਵੇਗੀ ਤਾਂ ਇਸ ਦਾ ਜੋ ਆਨਸਰ ਹੈ ਉਹ ਸਾਊਥ ਆ ਜਾਵੇਗਾ। ਤਾਂ ਇਸ ਤਰ੍ਹਾਂ ਦੇ ਜੋ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਂਦੇ ਹਨ ਸ਼ੈਡੋ ਬੇਸ ਦੇ, ਜੋ ਤੁਸੀਂ ਇਸ ਦੀ ਡਾਇਗਰਾਮ ਦੇ ਬੇਸ 'ਤੇ ਸੋਲਵ ਕਰ ਸਕਦੇ ਹੋ। ਡਾਇਰੈਕਸ਼ਨਸ ਬੇਸਡ ਔਨ ਕਲੋਕ। ਕਲੋਕ ਬੇਸ 'ਤੇ ਵੀ ਫਰੈਂਡਸ ਕੋਈ ਕੁਐਸਚਨ ਡਾਇਰੈਕਸ਼ਨਸ ਦੇ ਬਣ ਜਾਂਦੇ ਹਨ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵਾਚ ਰੀਡਸ 4:30 ਇਫ ਮਿਨਟ ਹੈਂਡ ਪੁਆਇੰਟਸ ਈਸਟ। ਜੇ ਕਹਿੰਦਾ ਮਿਨਟ ਹੈਂਡਸ ਈਸਟ ਨੂੰ ਪੁਆਇੰਟ ਆਊਟ ਕਰ ਰਹੀ ਹੈ ਤਾਂ ਇਸ ਦਾ ਜੋ ਆਪੋਜ਼ਿਟ ਹੋਵੇਗਾ ਵੈਸਟ ਉੱਪਰ ਵਾਲੀ ਸਾਈਡ 'ਤੇ ਹੋਵੇਗਾ ਐਂਡ ਨੌਰਥ ਇੱਧਰ ਹੋਵੇਗਾ, ਸਾਊਥ ਨੀਚੇ ਹੋਵੇਗਾ। ਤਾਂ ਹੁਣ ਜੋ ਆਰ ਹੈਂਡ ਹੈ ਉਹ ਕਿਹੜੀ ਡਾਇਰੈਕਸ਼ਨ ਨੂੰ ਪੁਆਇੰਟ ਆਊਟ ਕਰਨ ਲੱਗੀ ਤਾਂ ਓਬਵੀਅਸਲੀ ਫਰੈਂਡ ਉਹ ਨੌਰਥ ਐਂਡ ਈਸਟ ਦੇ ਵਿਚਕਾਰ ਨੌਰਥ ਈਸਟ ਡਾਇਰੈਕਸ਼ਨ ਨੂੰ ਪੁਆਇੰਟ ਆਊਟ ਕਰ ਰਹੀ ਹੈ। ਤਾਂ ਇਸੇ ਤਰ੍ਹਾਂ ਅਗਰ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਇੱਕ ਡਾਇਰੈਕਸ਼ਨ ਡਰਾ ਕਰਦੇ ਹੋ ਤਾਂ ਤੁਸੀਂ ਦੂਸਰੀਆਂ ਵੀ ਫਾਈਂਡ ਆਊਟ ਕਰ ਸਕਦੇ ਹੋ। ਅਗਰ ਈਸਟ ਮੇਰਾ ਇਸ ਸਾਈਡ 'ਤੇ ਹੈ ਤਾਂ ਇਸ ਦੇ ਆਪੋਜ਼ਿਟ ਆਲਵੇਜ਼ ਵੈਸਟ ਹੋਵੇਗਾ ਐਂਡ ਨੌਰਥ ਸਾਊਥ ਵੀ ਤੁਸੀਂ ਇਸ ਦੇ ਅਕੋਰਡਿੰਗ ਹੀ ਡਰਾ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਦੇ ਕੁਐਸਚਨ ਜੋ ਤੁਸੀਂ ਕਲੋਕ ਬੇਸ 'ਤੇ ਵੀ ਡਾਇਰੈਕਸ਼ਨ ਦੇ ਵਿੱਚ ਸੋਲਵ ਕਰ ਸਕਦੇ ਹੋ। ਸ਼ੋਰਟੈਸਟ ਡਿਸਟੈਂਸ। ਹਾਂਜੀ ਫਰੈਂਡਸ ਇਹ ਇੱਕ ਮੋਸਟ ਇੰਪੋਰਟੈਂਟ ਟੋਪਿਕ ਹੈ ਡਾਇਰੈਕਸ਼ਨ ਟੈਸਟ ਦੇ ਵਿੱਚੋਂ, ਜਿਸ ਦੇ ਵਿੱਚੋਂ ਅਕਸਰ ਹੀ ਲੈਫਟ ਰਾਈਟ ਟਰਨ ਕਰਨ ਦੇ ਸਮੇਂ ਇਹ ਸ਼ੇਪ ਬਣ ਜਾਂਦੀ ਹੈ ਰਾਈਟ ਐਂਗਲ ਟਰੈਂਗਲ। ਰਾਈਟ ਐਂਗਲ ਟਰੈਂਗਲ ਉਹ ਟਰੈਂਗਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਐਂਗਲ 90 ਡਿਗਰੀ ਦਾ ਹੁੰਦਾ ਐਂਡ ਆਪੋਜ਼ਿਟ ਸਾਈਡ ਜੋ ਹੁੰਦੀ ਹੈ ਉਸ ਦਾ ਸਕੁਏਅਰ ਅਦਰ ਟੂ ਸਾਈਡਸ ਦੇ ਸਕੁਏਅਰ ਨਾਲ ਦੇ ਇਕੁਅਲ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ABC ਇੱਕ ਰਾਈਟ ਐਂਗਲ ਟਰੈਂਗਲ ਹੈ ਤਾਂ ਇਸ ਦੀ ਜੋ ਲੌਂਗੈਸਟ ਸਾਈਡ ਹੈ AC ਉਸ ਦਾ ਸਕੁਏਅਰ ਅਦਰ ਟੂ ਸਾਈਡਸ ਦੇ ਸਕੁਏਅਰ ਦੇ ਇਕੁਅਲ ਹੈ। ਤਾਂ ਇਸ ਨੂੰ ਫਰੈਂਡਸ ਪਾਈਥਾਗੋਰਸ ਥਿਊਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਤਾਂ ਇਸ ਨੂੰ ਪ੍ਰੂਵ ਕਰਨ ਦੇ ਲਈ ਆਪਾਂ AC ਦੀ ਵੈਲਿਊ ਇੱਥੇ ਪੁੱਟ ਕੀਤੀ ਹੈ 5। ਸਿਮਿਲਰਲੀ BC ਐਂਡ AB ਦੀ ਜਦੋਂ ਸਕੇਅਰਿੰਗ ਕੀਤੀ ਜਾਵੇਗੀ ਤਾਂ 16 + 9 = 25। ਲੈਫਟ ਹੈਂਡ ਸਾਈਡ = ਰਾਈਟ ਹੈਂਡ ਸਾਈਡ ਆ ਜਾਵੇਗੀ। ਤਾਂ ਇਸ ਦੇ ਨਾਲ ਪਾਈਥਾਗੋਰਸ ਥਿਊਰਮ ਪ੍ਰੂਵ ਹੋ ਜਾਵੇਗੀ। ਇਹ ਫਰੈਂਡਸ ਤੁਸੀਂ ਉੱਥੇ ਅਪਲਾਈ ਕਰਨੀ ਹੈ ਥਿਊਰਮ ਜਿੱਥੇ ਕਿਤੇ ਵੀ ਡਾਇਰੈਕਸ਼ਨ ਦੇ ਅਕੋਰਡਿੰਗ ਟਰਨ ਕਰਦੇ ਸਮੇਂ ਤੁਹਾਡੀ ਰਾਈਟ ਐਂਗਲ ਟਰੈਂਗਲ ਬਣ ਜਾਂਦੀ ਹੈ ਐਂਡ ਤੁਸੀਂ ਸ਼ੋਰਟੈਸਟ ਡਿਸਟੈਂਸ ਫਾਈਂਡ ਆਊਟ ਕਰਨਾ ਹੁੰਦਾ। ਤਾਂ ਆਓ ਇਸ 'ਤੇ ਬੇਸਡ ਇੱਕ ਕੁਐਸਚਨ ਦੇਖਦੇ ਹਾਂ। ਜਿਸ ਤਰ੍ਹਾਂ ਕੁਐਸਚਨ ਹੈ ਕੁਨਾਲ ਵਾਕਸ 10 ਕਿਲੋਮੀਟਰ ਟੂਵਰਡਸ ਨੌਰਥ। ਕੁਨਾਲ ਜੋ ਹੈ ਉਹ ਨੌਰਥ ਵੱਲ ਨੂੰ ਜਾ ਰਿਹਾ 10 ਕਿਲੋਮੀਟਰ ਐਂਡ ਫਰੋਮ ਦੇਅਰ ਹੀ ਵਾਕਸ 6 ਕਿਲੋਮੀਟਰ ਟੂਵਰਡਸ ਸਾਊਥ। ਇੱਥੋਂ ਉਹ 6 ਕਿਲੋਮੀਟਰ ਵਾਪਸ ਆ ਜਾਂਦਾ ਹੈ। 10 ਕਿਲੋਮੀਟਰ ਗਿਆ ਸੀ ਫਰੈਂਡਸ ਐਂਡ 6 ਕਿਲੋਮੀਟਰ ਵਾਪਸ ਆ ਗਿਆ। ਤਾਂ ਇਸ ਦਾ ਮਤਲਬ ਜੋ ਐਕਚੁਅਲ ਡਿਸਟੈਂਸ ਉਸਨੇ ਕਵਰ ਕੀਤਾ ਸਟਾਰਟਿੰਗ ਪੁਆਇੰਟ ਤੋਂ 4 ਕਿਲੋਮੀਟਰ ਰਹਿ ਗਿਆ।
ही वाक्स 3 किलोमीटर फ्रॉम ईस्ट, इत्थों फिर वो 3 किलोमीटर ईस्ट में चला जाता है। हाउ फार एंड इन विच डायरैक्शन ही वाज विद रैफरेंस टू द स्टार्टिंग पॉइंट, तो हुण आपां ये दसना वो स्टार्टिंग पॉइंट तो किन्नी दूर है। स्टार्टिंग पॉइंट फ्रेंड ਉਹਦਾ ਇਹ ਸੀ ਤਾਂ ਉਹ ਇੱਥੋਂ ਲੈ ਕੇ ਹੁਣ ਉਹ ਜਿਸ ਪੁਆਇੰਟ ਤੇ ਸਟੈਂਡ ਕਰ ਰਿਹਾ ਉਹ ਡਿਸਟੈਂਸ ਆਪਾਂ ਫਾਈਂਡ ਆਊਟ ਕਰਨਾ ਹੈ। अगर इसनों ਆਪਾਂ क्लीयर तरीके नाल बनाइए तो इसकी किस तरीके नाल डायग्राम बन जाएगी 4 किलोमीटर डिस्टेंस एंड जो ईस्ट नूं टर्न किया 3 किलोमीटर, हुण वो इत्थे स्टैंड कर रहा, स्टार्टिंग पॉइंट ਉਹਦਾ ਇਹ ਸੀ, ਆਪਾਂ ਇਹ डिस्टेंस फाइंड आउट करना। तो फ्रेंड्स ਤੁਹਾਨੂੰ राइट एंगल ट्रायंगल दिखाई दे रही होगी जिस दे विच इत्थे एक 90 डिग्री का एंगल बन रहा है एंड जो साइड फाइंड आउट करनी है वो एक लॉन्गेस्ट साइड है। तो पाइथागोरस थ्योरम इस पर अप्लाई करांगे। डिस्टेंस कभी भी तुसीं इस तरीके नाल फाइंड आउट नहीं करना फ्रेंड, जिस तरह 4 किलोमीटर ए हो गया एंड 3 ए हो गया, 7 किलोमीटर इसका आंसर नहीं आएगा जो थोड़ा रॉन्ग हो जाएगा। उसने शॉर्टेस्ट ऑलवेज शॉर्टेस्ट डिस्टेंस आप फाइंड आउट करना होंगे, जिथे कितने भी राइट एंगल ट्रायंगल बन रही है तो उत्थे पाइथागोरस थ्योरम ही अप्लाई होगी। तो इस दे लई आप इस पाइथागोरस अप्लाई करांगे तो लॉन्गेस्ट साइड जो कि क्वेश्चन मार्क है उसका स्क्वेयर बराबर होगा स्क्वेयर ऑफ सम ऑफ अदर 2 साइड्स मीनस 3 स्क्वेयर प्लस 4 स्क्वेयर। क्वेश्चन मार्क का स्क्वेयर इज इक्वल टू 9 प्लस 16, क्वेश्चन मार्क स्क्वेयर इज इक्वल टू 25, दोनों पासे स्क्वेयर रूट करांगे तो क्वेश्चन मार्क की वैल्यू 5 किलोमीटर आ जाएगी। तो शॉर्टेस्ट डिस्टेंस फ्रेंड्स 5 किलोमीटर आ गया। अगर आप ये देखते हैं 4 एंड 3 तो 7 किलोमीटर है, ਜਦੋਂ कि ये ज़्यादा डिस्टेंस है 5 किलोमीटर शॉर्टेस्ट डिस्टेंस है, तो ऑलवेज पाइथागोरस अप्लाई करनी है। तो 80% फ्रेंड्स चांस होंगे हैं भी डायरैक्शन टैसट के विचों ऑलवेज क्वेश्चन इसे बेस दे ही होंगे हैं, मतलब उन्होंने दे विचों डायरैक्शन टर्न करने के टाइम पर पाइथागोरस थ्योरम जो राइट एंगल ट्रायंगल बन जाती है, बाद दे विच पाइथागोरस अप्लाई करके ही डिस्टेंस फाइंड आउट करना होंदा है। तो ये सीगे कुछ डायरैक्शन टैसट के कंसैप्ट जो तुसीं क्लीयर कर लेने हैं। क्वेश्चन के लिए अलग वीडियो बनाई जाएगी, पहला जस्ट अपने कंसैप्ट क्लीयर करो तो जो तुहानूं क्वेश्चन सॉल्व करने दे विच किसी भी तरह की कोई प्रॉब्लम ना आवे। तो अज दे लई सिर्फ इन्ना की फ्रेंड्स, थैंक्स फॉर वाचिंग। प्लीज़ सबसक्राइब अवर चैनल, प्लीज़ लाइक शेयर एंड कमेंट। इस तो पहला असीं तुहानूं दस देना चाहुंदे आ सबसक्राइब बटन के नाल बैल आइकन दे क्लिक करके इसनूं जरूर दबाओ तो जो नोटिफिकेशन तुहानूं टाइम टू टाइम मिलती रहे। थैंक्स।